हाँ जी, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਮੈਂ ਫੇਰ ਤੁਹਾਡੇ ਸਭ ਦੇ ਸਾਹਮਣੇ ਹਾਜ਼ਰ ਹਾਂ ਆਪਣੀ ਨੈਕਸਟ ਵੀਡੀਓ ਲੈ ਕੇ। ਤੇ ਅੱਜ ਮੈਂ ਸਟਾਰਟ ਕਰ ਰਹੀ ਹਾਂ ਪੀਟੀ ਦਾ ਕੋਰਸ, ਜੋ ਕਿ ਮੈਂ ਪਹਿਲਾਂ ਡਿਸਕਸ ਕੀਤਾ ਸੀਗਾ ਕਿ ਜਿਹੜਾ ਪੀਟੀ ਦਾ ਕੋਰਸ ਹੈ ਉਹਦੇ ਵਿੱਚ 4 ਸੈਕਸ਼ਨਸ ਹੁੰਦੇ ਨੇ। ਤੇ ਉਹ 4 ਸੈਕਸ਼ਨ ਦੀ ਸਿਰਫ ਮੈਂ ਤੁਹਾਨੂੰ ਬੇਸਿਕ ਇੰਟਰੋਡਕਸ਼ਨ ਦਿੱਤੀ ਸੀਗੀ। ਤੇ ਇਹ ਸੈਕਸ਼ਨਸ ਨੇ ਸਪੀਕਿੰਗ, ਰਾਈਟਿੰਗ, ਰੀਡਿੰਗ ਐਂਡ ਲਿਸਨਿੰਗ। ਤੇ ਹੁਣ ਮੈਂ ਇਹ ਸੈਕਸ਼ਨਸ ਤੇ ਉਹਨਾਂ ਦੇ ਜਿਹੜੇ ਡਿਫਰੈਂਟ ਮੋਡਿਊਲਸ ਨੇ ਉਹ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਤੁਹਾਡੇ ਸਭ ਦੇ ਸਾਹਮਣੇ ਪ੍ਰੈਜ਼ੈਂਟ ਕਰ ਰਹੀ ਹਾਂ ਕਿ ਐਕਚੁਅਲ 'ਚ ਇਹ ਹੈ ਕੀ ਹੈ, ਮਤਲਬ ਸੈਕਸ਼ਨਸ ਦੇ ਵਿੱਚ ਤੇ ਜਿਹੜੇ ਇਹਨਾਂ ਦੇ ਡਿਫਰੈਂਟ ਮੋਡਿਊਲਸ ਨੇ ਉਹ ਕਿਵੇਂ ਉਹਨਾਂ ਦੇ ਵਿੱਚ ਕਿਵੇਂ ਤੁਸੀਂ ਉਹਨਾਂ ਨੂੰ ਕੁਐਸਚਨਸ ਨੂੰ ਅਟੈਂਪਟ ਕਰਨਾ ਹੈ। ਤੇ ਸਭ ਤੋਂ ਪਹਿਲਾਂ ਮੈਂ ਗੱਲ ਕਰਦੀ ਹਾਂ ਸਪੀਕਿੰਗ ਐਂਡ ਰਾਈਟਿੰਗ ਸੈਕਸ਼ਨ ਦੀ, ਜੋ ਕਿ ਮੋਸਟ ਇੰਪੋਰਟੈਂਟ ਸੈਕਸ਼ਨ ਹੈਗਾ। ਸਪੀਕਿੰਗ ਜਿਹੜਾ ਸੈਕਸ਼ਨ ਹੈ ਉਹ ਬਹੁਤ ਜ਼ਿਆਦਾ ਕੰਟਰੀਬਿਊਟ ਕਰਦਾ ਹੈ, ਉਹਦੇ ਆਪਣੇ ਮਾਰਕਸ ਬਹੁਤ ਜ਼ਿਆਦਾ ਨੇ ਤੇ ਉਹ ਬਾਕੀ ਸੈਕਸ਼ਨਸ ਨੂੰ ਵੀ ਸਭ ਤੋਂ ਜ਼ਿਆਦਾ ਕੰਟਰੀਬਿਊਟ ਕਰਦਾ ਹੈ। So it is the most important section in case of PTE because its contribution is maximum in speaking as well as in the other sections। ਤੇ ਇਹਦੇ ਵਿੱਚ ਜਿਹੜੇ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਤਾਂ ਕੁਐਸਚਨਸ ਟਾਈਪਸ ਆਉਂਦੇ ਨੇ, ਜੋ ਕਿ 7 ਟਾਈਪਸ ਦੇ ਕੁਐਸਚਨ ਹੁੰਦੇ ਨੇ। ਅੱਗੇ ਮੈਂ ਉਹਨਾਂ ਕੁਐਸਚਨਸ ਦੀ ਲਿਸਟ ਵੀ ਬਣਾਈ ਹੈ। ਤੇ ਇਹਨਾਂ ਦੋਨਾਂ ਸੈਕਸ਼ਨ ਦੀ ਜਿਹੜੀ ਡਿਊਰੇਸ਼ਨ ਰਹਿੰਦੀ ਹੈ ਉਹ 54 to 67 ਮਿੰਟਸ ਦੀ ਡਿਊਰੇਸ਼ਨ ਹੁੰਦੀ ਹੈ। ਡਿਊਰੇਸ਼ਨ ਕੋਈ ਫਿਕਸ ਨਹੀਂ ਹੈਗੀ ਕਿਉਂਕਿ ਨੰਬਰ ਆਫ ਕੁਐਸਚਨਸ ਵੇਰੀ ਕਰਦੇ ਰਹਿੰਦੇ ਹੈ। ਮਤਲਬ ਕਈ ਵਾਰ ਸਪੀਕਿੰਗ ਦੇ ਕੁਐਸਚਨ ਜ਼ਿਆਦਾ ਆਉਂਦੇ ਆ, ਕਈ ਵਾਰ ਰਾਈਟਿੰਗ ਦੇ ਕੁਐਸਚਨਸ ਜ਼ਿਆਦਾ ਆਉਂਦੇ ਆ ਤੇ ਉਸ ਹਿਸਾਬ ਨਾਲ ਜਿਹੜੀ ਡਿਊਰੇਸ਼ਨ ਹੈ ਉਹ ਚੇਂਜ ਹੁੰਦੀ ਰਹਿੰਦੀ ਹੈ। ਸੋ ਮੈਂ ਇੱਥੇ ਮੈਂਸ਼ਨ ਵੀ ਕੀਤਾ ਹੈ ਕਿ ਨੰਬਰ ਆਫ ਕੁਐਸਚਨਸ ਕੈਨ ਵੇਰੀ। when number of questions can vary then their duration can also vary, ਮਤਲਬ ਉਹਨਾਂ ਦੀ duration ਵੀ vary ਕਰਦੀ ਹੈ। that is 54 to 67 minutes। ਤੇ ਇਹ ਜਿਹੜੇ question types ਨੇ ਉਹਨਾਂ ਦੇ ਵਿੱਚ ਪਹਿਲਾ ਜਿਹੜੀ type ਆਉਂਦੀ ਹੈ ਉਹ personal introduction ਹੈਗੀ ਹੈ। second ਜਿਹੜੀ type ਹੈ ਉਹ read aloud ਹੈ। third is the repeat sentence, fourth is the describe image, fifth is the written lecture and next is the answer short question। ਇਹ ਸਾਰੇ ਜਿਹੜੀਆਂ types ਨੇ from personal introduction to answer short question ਇਹ speaking ਦੀਆਂ types ਨੇ। ਤੇ next ਆਪਾਂ ਗੱਲ ਕਰਦੇ ਹਾਂ writing ਦੀ। ਤੇ ਇਹਦੇ ਵਿੱਚ ਆਉਂਦਾ ਹੈ summarize written text ਤੇ write an essay। ਇਹ ਦੋਨੋਂ ਜਿਹੜੇ ਸਾਡੇ ਪਾਰਟਸ ਨੇ ਇਹ ਰਾਈਟਿੰਗ ਸੈਕਸ਼ਨ ਦੇ ਪਾਰਟਸ ਨੇ। ਤੇ ਇੱਥੇ ਮੈਂ ਕੁਐਸਚਨ ਟਾਈਪ 7 ਲਿਖੀਆਂ, ਬਟ ਅਗਰ ਤੁਸੀਂ ਇੱਥੇ ਕਾਊਂਟ ਕਰਦੇ ਹੋ ਤਾਂ ਇੱਥੇ 8 ਆਉਣੀ ਹੈ ਕਿਉਂਕਿ ਜਿਹੜਾ ਫਰਸਟ ਹੈਗਾ ਤੁਹਾਡਾ ਪਰਸਨਲ ਇੰਟਰੋਡਕਸ਼ਨ, ਇਹਦੀ ਕੋਈ ਮਤਲਬ ਮਾਰਕਿੰਗ ਕ੍ਰਾਈਟੇਰੀਆ ਨਹੀਂ ਹੈਗਾ, ਇਹ ਤੁਹਾਡਾ ਚੈੱਕ ਨਹੀਂ ਹੁੰਦਾ। ਸੋ ਇਸ ਕਰਕੇ ਇੱਥੇ ਤੁਹਾਡੇ ਕੋਲ ਜੇ ਤੁਸੀਂ ਗੱਲ ਕਰੀਏ ਤਾਂ ਉੱਥੇ 7 ਹੀ ਕਹਿੰਦੇ ਆ ਕਿਉਂਕਿ ਪਰਸਨਲ ਇੰਟਰੋਡਕਸ਼ਨ ਜਸਟ ਹੈ ਕਿ ਤੁਸੀਂ ਉਹਨੂੰ ਸਕਿਪ ਵੀ ਕਰ ਸਕਦੇ ਹੋ ਤੇ ਤੁਸੀਂ ਆਪਣੀ ਇੰਟਰੋਡਕਸ਼ਨ ਦੇ ਵੀ ਸਕਦੇ ਹੋ। ਇਟ ਡਿਪੈਂਡਸ ਔਨ ਯੂ ਕਿ ਤੁਸੀਂ ਕਿਵੇਂ ਕੰਫਰਟੇਬਲ ਹੋ। ਬਾਕੀ ਜਿਹੜੇ ਕੁਐਸਚਨਸ ਆ ਉਹ ਤਾਂ ਤੁਸੀਂ ਅਟੈਂਪਟ ਕਰਨੇ ਹੀ ਹੈ। ਮੀਨਸ ਥੀਸ ਆਲ ਕੁਐਸਚਨਸ ਆਰ ਮੈਂਡੇਟਰੀ ਕੁਐਸਚਨਸ। ਮਤਲਬ ਅਗਰ ਤੁਸੀਂ ਇਹ ਨਹੀਂ ਅਟੈਂਪਟ ਕਰ ਰਹੇ ਹੋ ਤਾਂ ਉਹ ਤੁਹਾਡੇ ਸਕੋਰ ਨੂੰ ਇੰਪੈਕਟ ਕਰਦੇ ਆ। ਇੱਕ ਵਾਰ ਮੈਂ ਦੁਬਾਰਾ ਫੇਰ ਦੱਸ ਦਿੰਦੀ ਹਾਂ, ਰੀਡ ਅਲਾਊਡ, ਰਿਪੀਟ ਸੈਂਟੈਂਸ, ਡਿਸਕ੍ਰਾਈਬ ਇਮੇਜ, ਰੀਟੈਲ lecture and answer short question, these are the part of the speaking section and summarize written text and write an essay are the parts of the writing section। number of questions can vary, when number of questions can vary then their duration can also vary but question types are fixed। ਮਤਲਬ ਉਹ ਤੁਹਾਡੀਆਂ ਫਿਕਸ ਨੇ, ਉਹ ਤੁਹਾਡੀਆਂ ਚੇਂਜ ਨਹੀਂ ਹੋਣਗੀਆਂ। ਨੈਕਸਟ ਸਭ ਤੋਂ ਪਹਿਲਾਂ ਮੈਂ ਗੱਲ ਕਰਦੀ ਹਾਂ ਸਪੀਕਿੰਗ ਦਾ। ਜਿਹੜਾ ਸਭ ਤੋਂ ਪਹਿਲਾ ਕੁਐਸਚਨ ਆਉਂਦਾ ਹੈ ਪਰਸਨਲ ਇੰਟਰੋਡਕਸ਼ਨ। ਮੀਨਸ ਐਕਚੁਅਲ ਚ ਪਰਸਨਲ ਇੰਟਰੋਡਕਸ਼ਨ ਹੈ ਕੀ ਹੈ। ਪਰਸਨਲ ਇੰਟਰੋਡਕਸ਼ਨ ਜੇ ਤੁਸੀਂ ਕਲਾਸ ਵਿੱਚ ਵੀ ਬੈਠਦੇ ਹੋ ਜਾਂ ਤੁਸੀਂ ਕਿਤੇ ਜੌਬ ਲਈ ਅਪਲਾਈ ਕਰ ਰਹੇ ਹੋ ਜਾਂ ਕਿਤੇ ਵੀ ਮਤਲਬ ਤੁਹਾਨੂੰ ਪੁੱਛਿਆ ਹੀ ਜਾਂਦਾ ਹੈ ਕਿ ਤੁਸੀਂ ਇੰਟਰੋਡਿਊਸ ਯੋਰਸੈਲਫ, ਤੁਸੀਂ ਆਪਣੇ ਆਪ ਨੂੰ ਇੰਟਰੋਡਿਊਸ ਕਰਨਾ ਹੈ। ਤੇ ਸਭ ਤੋਂ ਪਹਿਲਾ ਕੁਐਸਚਨ ਪੀਟੀਈ ਦੇ ਵਿੱਚ ਵੀ ਇਹੀ ਆਉਂਦਾ ਹੈ ਕਿ ਤੁਸੀਂ ਆਪਣੀ ਪਰਸਨਲ ਇੰਟਰੋਡਕਸ਼ਨ ਦੇਣੀ ਹੈ। ਬਟ ਉੱਥੇ ਕੁਐਸਚਨਸ ਨਾ ਲਿਖੇ ਹੁੰਦੇ ਆ, ਮਤਲਬ ਜਦੋਂ ਤੁਸੀਂ ਪਰਸਨਲ ਇੰਟਰੋਡਕਸ਼ਨ ਦੇ ਰਹੇ ਹੋ, ਜਦੋਂ ਤੁਸੀਂ ਮੌਕ ਟੈਸਟ ਦਿੰਦੇ ਹੋ ਤਾਂ ਉੱਥੇ ਕੁਐਸਚਨ ਲਿਖੇ ਹੁੰਦੇ ਆ ਕਿ ਤੁਸੀਂ ਆਪਣੀ ਇੰਟਰੋਡਕਸ਼ਨ ਦੇ ਵਿੱਚ ਦੱਸਣਾ ਕੀ ਕੀ ਹੈ। ਤੇ ਪਰਸਨਲ ਇੰਟਰੋਡਕਸ਼ਨ ਦਾ ਜਿਹੜਾ ਕੁਐਸਚਨ ਹੈ ਉਹ ਇੱਕ ਹੀ ਕੁਐਸਚਨ ਆਉਂਦਾ ਹੈ ਤੇ ਜਿਹੜੀ ਉਹਦੀ ਡਿਊਰੇਸ਼ਨ ਰਹਿੰਦੀ ਹੈ ਉਹ 55 ਸੈਕਿੰਡਸ ਦੀ ਡਿਊਰੇਸ਼ਨ ਹੁੰਦੀ ਹੈ। ਮਤਲਬ ਐਦਾਂ ਕੁਛ ਨਹੀਂ ਹੈ ਕਿ ਜੇ ਤੁਸੀਂ ਪਰਸਨਲ ਇੰਟਰੋਡਕਸ਼ਨ ਨਹੀਂ ਦਿੱਤੀ ਤਾਂ ਉਹਦਾ ਟਾਈਮ ਪੀਰੀਅਡ ਅਗਲੇ ਮੋਡਿਊਲ ਦੇ ਵਿੱਚ ਕਾਊਂਟ ਹੋ ਜਾਏਗਾ, ਮਤਲਬ ਰੀਡ ਅਲਾਊਡ 'ਚ ਤੁਹਾਨੂੰ ਟਾਈਮ ਮਿਲ ਜਾਏਗਾ ਜਾਂ ਬਾਕੀ ਮੋਡਿਊਲ 'ਚ ਮਿਲੇਗਾ। ਐਦਾਂ ਦਾ ਕੁਛ ਵੀ ਨਹੀਂ ਹੈਗਾ। ਅਗਰ ਤੁਸੀਂ ਪਰਸਨਲ ਇੰਟਰੋਡਕਸ਼ਨ ਨੂੰ ਸਕਿਪ ਕਰਤਾ, ਤੁਸੀਂ ਆਪਣੀ ਇੰਟਰੋਡਕਸ਼ਨ ਨਹੀਂ ਦਿੱਤੀ ਤਾਂ ਉਹ ਉਸਦਾ ਕੁਛ ਮਤਲਬ ਬੈਨੀਫਿਟ ਵੀ ਹੋ ਸਕਦਾ ਹੈ, ਡਿਸਐਡਵਾਂਟੇਜ ਬਟ ਕੋਈ ਨਹੀਂ ਹੈਗਾ। ਤੇ ਉਹਦੇ ਤੁਹਾਨੂੰ ਮਤਲਬ ਕਿਤੇ ਜਿਹੜੀ ਉਹਦੀ ਡਿਊਰੇਸ਼ਨ ਹੈ ਉਹ ਅੱਗੇ ਕਿਤੇ ਐਡਜਸਟ ਵੀ ਨਹੀਂ ਹੋ ਰਹੀ। ਸੋ ਇਨ ਦਿਸ ਸੈਕਸ਼ਨ ਕੈਂਡੀਡੇਟਸ ਆਰ ਰਿਕੁਆਇਰਡ ਟੂ ਸਪੀਕ ਅਬਾਊਟ ਦੈਮਸੈਲਵਸ। ਤੁਸੀਂ ਆਪਣੇ ਬਾਰੇ ਕੁਛ ਦੱਸਣਾ ਹੈ।
ਕਿ ਮੈਂ ਮਤਲਬ ਮੇਰਾ ਨਾਂ ਕੀ ਹੈਗੀ ਹੈ, ਏਜ ਕੀ ਹੈਗਾ, ਮੇਰਾ ਏਜ ਕੀ ਹੈ, ਤੇ ਮੈਂ ਮਤਲਬ ਮੈਂ ਗ੍ਰੈਜੂਏਸ਼ਨ ਕੀਤੀ ਹੈ ਜਾਂ ਮਾਸਟਰਸ ਕੀਤੀ ਹੈ, ਮਤਲਬ ਜੋ ਵੀ ਤੁਹਾਡੀ ਇੰਟਰੋਡਕਸ਼ਨ ਹੈਗੀ ਜੋ ਤੁਸੀਂ ਦਿੰਦੇ ਹੋ। ਬਟ ਅਗਰ ਤੁਸੀਂ ਮੌਕ ਟੈਸਟ ਦਿੰਦੇ ਹੋ ਤਾਂ ਉੱਥੇ ਕੁਐਸਚਨਸ ਲਿਖੇ ਹੁੰਦੇ ਆ, ਤਾਂ ਸੋ ਤੁਸੀਂ ਆਪਣੀ ਇੰਟਰੋਡਕਸ਼ਨ ਨੂੰ ਪ੍ਰਪੇਅਰ ਕਰ ਸਕਦੇ ਹੋ। ਜਦੋਂ ਇਹ ਕੁਐਸਚਨ ਤੁਹਾਡੀ ਸਕਰੀਨ ਤੇ ਸ਼ੋ ਹੁੰਦਾ ਹੈ ਤਾਂ ਉੱਥੇ ਤੁਹਾਡੇ ਕੋਲ 25 ਸੈਕਿੰਡਸ ਮਿਲਦੇ ਆ ਪ੍ਰੈਪਰੇਸ਼ਨ ਵਾਸਤੇ, ਕਿ ਤੁਸੀਂ 25 ਸੈਕਿੰਡ ਦੇ ਵਿੱਚ ਸੋਚ ਸਕਦੇ ਹੋ ਕਿ ਮੈਂ ਇਹ ਬੋਲਣਾ ਹੈ, ਤੇ 30 ਸੈਕਿੰਡਸ ਤੁਹਾਨੂੰ ਮਿਲਦੇ ਹੈ ਕਿ ਮੈਂ ਇਹ ਬੋਲਦਾ। ਸੋ ਟੋਟਲ ਜਿਹੜਾ ਟਾਈਮ ਪੀਰੀਅਡ ਹੈ ਉਹ 55 ਸੈਕਿੰਡਸ ਦਾ ਹੈਗਾ, ਮੀਨਸ ਲੈਸ ਦੈਨ 1 ਮਿੰਟ। ਸੋ ਇਨ ਲੈਸ ਦੈਨ 1 ਮਿੰਟ ਯੂ ਕੈਨ ਇੰਟਰੋਡਿਊਸ ਯੋਰਸੈਲਫ। ਤੇ ਦਿਸ ਸੈਕਸ਼ਨ ਇਜ਼ ਨਾਟ ਗ੍ਰੇਡਡ, ਮਤਲਬ ਇਹਦੇ ਤੁਹਾਨੂੰ ਕੋਈ ਮਾਰਕਸ ਨਹੀਂ ਹੈਗੇ, ਕੋਈ ਗ੍ਰੇਡ ਨਹੀਂ ਹੈਗਾ, ਕੋਈ ਸਕੋਰਿੰਗ ਨਹੀਂ ਹੈਗੀ, ਬਟ ਇਟ ਪ੍ਰੋਵਾਈਡਸ ਐਨ ਓਪਰਚੁਨਿਟੀ ਟੂ ਬਿਕਮ ਫੈਮਿਲੀਅਰ ਵਿਦ ਦੀ ਟੈਸਟ ਇਨਵਾਇਰਮੈਂਟ। ਮਤਲਬ ਜਦੋਂ ਵੀ ਮੈਂ ਕੋਈ ਮੌਕ ਟੈਸਟ ਦਿੱਤਾ ਹੈ ਜਾਂ ਮੈਂ ਫਾਈਨਲ 'ਚ ਵੀ ਟੈਸਟ ਦਿੱਤਾ ਹੈ, ਤੇ ਮੈਂ ਸਿਰਫ ਪਰਸਨਲ ਇੰਟਰੋਡਕਸ਼ਨ ਤਾਂ ਦਿੱਤੀ ਸੀਗੀ ਕਿ ਜਦੋਂ ਤੁਸੀਂ ਇੱਕਦਮ ਰੀਡ ਅਲਾਊਡ ਬੋਲਣਾ ਸਟਾਰਟ ਕਰਦੇ ਹੋ ਤਾਂ ਉੱਥੇ ਤੁਸੀਂ ਕੰਫਰਟੇਬਲ ਨਹੀਂ ਹੋ ਪਾਉਂਦੇ, ਜਦੋਂ ਵੀ ਤੁਸੀਂ ਆਪਣਾ ਫਸਟ ਕੁਐਸਚਨ ਅਟੈਂਪਟ ਕਰਦੇ ਹੋ। ਤਾਂ ਜਦੋਂ ਤੁਸੀਂ ਇੰਟਰੋਡਕਸ਼ਨ ਦਿੰਦੇ ਹੋ ਤਾਂ ਤੁਸੀਂ ਥੋੜ੍ਹੇ ਜਿਹੇ ਮਤਲਬ ਕੌਨਫੀਡੈਂਸ ਜਿਹਾ ਆ ਜਾਂਦਾ ਹੈ ਕਿ ਹਾਂ ਮੈਂ ਹੁਣ ਬੋਲ ਲਿਆ, ਤੇ ਮਤਲਬ ਤੁਸੀਂ ਅੱਗੇ ਵਾਸਤੇ ਥੋੜ੍ਹਾ ਪ੍ਰਪੇਅਰ ਹੋ ਜਾਂਦੇ ਹੋ। ਮਤਲਬ ਪਰਸਨਲ ਇੰਟਰੋਡਕਸ਼ਨ ਦੇਣ ਦਾ ਮਤਲਬ ਇੱਥੇ ਇਹੀ ਹੈ ਮੇਰੇ ਅਕੋਰਡਿੰਗ। ਸੋ ਤੁਹਾਨੂੰ ਟੈਸਟ ਇਨਵਾਇਰਨਮੈਂਟ ਦਾ ਪਤਾ ਚੱਲ ਜਾਂਦਾ ਹੈ, ਮਤਲਬ ਤੁਹਾਨੂੰ ਇਹ ਲੱਗਦਾ ਕਿ ਹਾਂ ਮੈਂ ਬੋਲ ਸਕਦਾ, ਮਤਲਬ ਨਰਵਸਨੈਸ ਤੁਹਾਡੀ ਘੱਟ ਜਾਂਦੀ ਹੈ। ਸੋ ਮੇਰੇ ਹਿਸਾਬ ਨਾਲ ਤੁਹਾਨੂੰ ਆਪਣੀ ਇੰਟਰੋਡਕਸ਼ਨ ਦੇਣੀ ਚਾਹੀਦੀ ਹੈ, ਕਿਉਂਕਿ ਜਿਹੜੇ ਕੁਐਸਚਨਸ ਨੇ ਇੰਟਰੋਡਕਸ਼ਨ ਦੇ ਉਹ ਆਲਰੇਡੀ ਫਿਕਸ ਹੈ ਕਿ ਤੁਸੀਂ ਇੰਟਰੋਡਕਸ਼ਨ ਦੇਣੀ ਕਿਵੇਂ ਹੈ। ਸੋ ਤੁਸੀਂ ਇਹ ਪਹਿਲਾਂ ਹੀ ਪ੍ਰਿਪੇਅਰ ਕਰ ਸਕਦੇ ਹੋ ਐਗਜ਼ਾਮ ਦੇਣ ਤੋਂ ਪਹਿਲਾਂ, ਕਿਉਂਕਿ ਜੇ ਤੁਸੀਂ 5 ਜਾਂ 7 ਮੌਕ ਟੈਸਟ ਵੀ ਦਿੱਤੇ ਤਾਂ ਉੱਥੇ ਤੁਸੀਂ ਵੈਲ ਪ੍ਰਿਪੇਅਰਡ ਹੋ ਜਾਂਦੇ ਹੋ ਕਿ ਮੈਂ ਇੰਟਰੋਡਕਸ਼ਨ 'ਚ ਕੀ ਬੋਲਣਾ ਹੈ। ਸੋ ਪੁਆਇੰਟਸ ਟੂ ਬੀ ਇਨਕਲੂਡਡ ਇਨ ਇੰਟਰੋਡਕਸ਼ਨ ਮੀਨਸ ਜਦੋਂ ਤੁਸੀਂ ਮੌਕ ਦਿੱਤਾ ਉੱਥੇ ਵੀ ਇਹ ਪੁਆਇੰਟਸ ਮੈਂਸ਼ਨ ਹੋਣਗੇ, ਜੇ ਤੁਸੀਂ ਫਾਈਨਲ 'ਚ ਦਿੱਤਾ ਉੱਥੇ ਵੀ ਹੋਣਗੇ, ਬਟ ਇਹ ਕੁਛ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਉਹ ਪੁਆਇੰਟਸ ਇਨਕਲੂਡ ਕਰਨੇ ਹੈ। ਬਟ ਦੀਜ਼ ਪੁਆਇੰਟਸ ਆਰ ਦੀ ਬੇਸਿਕ ਪੁਆਇੰਟਸ, ਮਤਲਬ ਤੁਸੀਂ ਹੋਰ ਕਿਤੇ ਵੀ ਇੰਟਰੋਡਕਸ਼ਨ ਦੇ ਰਹੇ ਹੋ ਤਾਂ ਤੁਸੀਂ ਇਹ ਪੁਆਇੰਟਸ ਨੂੰ ਇਨਕਲੂਡ ਕਰ ਸਕਦੇ ਹੋ, ਕਿਉਂਕਿ ਇਹਦੇ ਵਿੱਚ ਇੱਦਾਂ ਕੁਛ ਨਹੀਂ ਹੈਗਾ ਕਿ ਇਹ ਪੁਆਇੰਟਸ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਨਹੀਂ ਬੋਲ ਸਕਦੇ। ਸੋ ਪਹਿਲਾਂ ਤੁਹਾਡਾ ਜਿਹੜਾ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਬੋਲਣਾ ਹੈ, ਯੂਅਰ ਨੇਮ, ਯੂਅਰ ਏਜ, the city that you belong to, your educational qualification or your work profile, means ਤੁਸੀਂ ਆਪਣਾ ਨਾਮ ਬੋਲਤਾ, ਆਪਣੀ ਏਜ ਬੋਲਤੀ, ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ, ਮਤਲਬ ਕਿੱਥੇ ਦੇ ਰਹਿਣ ਵਾਲੇ ਹੋ, ਤੇ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਕਿਵੇਂ ਦੀ ਹੈ। ਮਤਲਬ ਜੇ ਤੁਸੀਂ ਆਲਰੇਡੀ ਕੁਆਲੀਫਾਈਡ ਹੋ, ਮਤਲਬ ਵਰਕਿੰਗ ਹੋ, ਤਾਂ ਤੁਸੀਂ ਆਪਣਾ ਵਰਕ ਪ੍ਰੋਫਾਈਲ ਮੈਂਸ਼ਨ ਕਰ ਸਕਦੇ ਹੋ ਕਿ ਮੇਰਾ ਮਤਲਬ ਮੇਰੀ ਜੌਬ ਇਹ ਹੈਗੀ ਆ, ਜਾਂ ਮੇਰਾ ਜਿਹੜਾ ਡੈਜ਼ਿਗਨੇਸ਼ਨ ਹੈਗਾ ਉਹ ਇਹ ਮੇਰਾ ਡੈਜ਼ਿਗਨੇਸ਼ਨ ਹੈਗਾ। ਤੇ ਅੱਗੇ ਤੁਸੀਂ ਮੈਂਸ਼ਨ ਕਰਨਾ ਹੈ ਵਾਟ ਆਰ ਯੂ ਪਲੈਨਿੰਗ ਟੂ ਸਟੱਡੀ ਐਂਡ ਵਾਈ, ਮਤਲਬ ਅਗਰ ਤੁਸੀਂ ਸਟੱਡੀ ਵਾਸਤੇ ਪਲਾਨ ਕਰ ਰਹੇ ਹੋ, ਅੱਗੇ ਤੁਸੀਂ ਪੜ੍ਹਨਾ ਹੈ, ਤਾਂ ਤੁਸੀਂ ਕਿਉਂ ਪੜ੍ਹਨਾ ਹੈ, ਮਤਲਬ ਕੀ ਰੀਜ਼ਨ ਹੈਗਾ ਕਿ ਤੁਸੀਂ ਅਬਰੋਡ ਜਾ ਕੇ ਪੜ੍ਹਾਈ ਕਰਨੀ ਹੈ। ਤੇ ਨੈਕਸਟ ਕੁਐਸਚਨ ਆਉਂਦਾ ਹੈ ਵਾਈ ਸ਼ੁੱਡ ਦੀ ਇੰਸਟੀਟਿਊਸ਼ਨਸ ਯੂ ਆਰ ਅਪਲਾਈਂਗ ਟੂ ਅਸੈਪਟ ਯੂ, ਮਤਲਬ ਉਹ ਇੰਸਟੀਟਿਊਸ਼ਨਸ ਤੁਹਾਨੂੰ ਕਿਉਂ ਅਸੈਪਟ ਕਰਨਗੇ, ਮਤਲਬ ਤੁਹਾਡੇ ਦੀ ਐਵੇਂ ਦੀ ਕਿਹੜੀ ਖਾਸੀਅਤ ਹੈਗੀ ਹੈ ਕਿ ਉਹ ਤੁਹਾਨੂੰ ਆਪਣੇ ਇੱਥੇ ਐਡਮਿਸ਼ਨਸ ਦੇਣਗੇ। ਮਤਲਬ ਜਦੋਂ ਵੀ ਤੁਸੀਂ ਕਿਸੇ ਸਕੂਲ 'ਚ ਜਾਂਦੇ ਹੋ ਜਾਂ ਤੁਸੀਂ ਕਿਸੇ ਇੰਸਟੀਟਿਊਟ 'ਚ ਜਾ ਰਹੇ ਹੋ ਜਾਂ ਤੁਸੀਂ ਇੰਟਰਵਿਊ ਵੀ ਦੇ ਰਹੇ ਹੋ, ਤਾਂ ਤੁਹਾਨੂੰ ਇਹ ਪੁੱਛਿਆ ਜਾਂਦਾ ਹੈ ਕਿ ਮਤਲਬ ਤੁਸੀਂ ਇਸ ਆਰਗੇਨਾਈਜੇਸ਼ਨ ਵਾਸਤੇ ਕਿਉਂ ਅਪਲਾਈ ਕੀਤਾ, ਜਾਂ ਫਿਰ ਤੁਸੀਂ ਇਸ ਆਰਗੇਨਾਈਜੇਸ਼ਨ 'ਚ ਕੀ ਕਰ ਸਕਦੇ ਹੋ, ਮਤਲਬ ਇਸ ਆਰਗੇਨਾਈਜੇਸ਼ਨ ਲਈ ਤੁਸੀਂ ਕੀ ਕਰ ਸਕਦੇ ਹੋ ਕਿ ਅਸੀਂ ਤੁਹਾਨੂੰ ਆਪਣੀ ਆਰਗੇਨਾਈਜੇਸ਼ਨ ਵਿੱਚ ਰੱਖੀਏ। ਤੇ ਨੈਕਸਟ ਕੁਐਸਚਨ ਆਉਂਦਾ ਹੈ ਐਨੀ ਸਪੈਸ਼ਲ ਕੁਆਲਿਟੀਜ਼ ਦੈਟ ਮਾਈਟ ਬੀ ਆਫ ਇੰਟਰਸਟ ਟੂ ਦੀ ਯੂਨੀਵਰਸਿਟੀ, ਮੀਨਸ ਇਹਦੇ ਵਿੱਚ ਤੁਸੀਂ ਆਪਣੀਆਂ ਹੌਬੀਜ਼ ਦੱਸਣੀਆਂ ਜਾਂ ਤੁਹਾਡੀਆਂ ਕੋਈ ਸਪੈਸ਼ਲ ਕੁਆਲਿਟੀਜ਼ ਹੈਗੀਆਂ ਜੋ ਮਤਲਬ ਯੂਨੀਕ ਨੇ, ਹਰ ਕਿਸੇ ਵਿੱਚ ਨਹੀਂ ਹੁੰਦੀਆਂ, ਤਾਂ ਉਹ ਕੁਆਲਿਟੀਜ਼ ਵੀ ਤੁਸੀਂ ਆਪਣੀਆਂ ਮੈਂਸ਼ਨ ਕਰ ਸਕਦੇ ਹੋ। ਮਤਲਬ ਜੋ ਤੁਸੀਂ ਆਪਣੀ ਇੰਟਰੋਡਕਸ਼ਨ ਦੇਣੀ ਹੈ ਇਹ ਸਾਰੇ ਬੇਸਿਕ ਪੁਆਇੰਟਸ ਨੂੰ ਧਿਆਨ ਵਿੱਚ ਰੱਖ ਕੇ ਦੇਣੀ ਹੈ। ਤੇ ਮੈਂ ਇੱਕ ਟੈਂਪਲੇਟ ਬਣਾਇਆ ਹੈ, ਮਤਲਬ ਉਹ ਜਸਟ ਅ ਟੈਂਪਲੇਟ ਹੈ, ਜੇ ਤੁਹਾਨੂੰ ਲੱਗਦਾ ਹੈ ਤਾਂ ਤੁਸੀਂ ਫੋਲੋ ਕਰ ਸਕਦੇ ਹੋ, ਜੇ ਲੱਗਦਾ ਕਿ ਤੁਹਾਨੂੰ ਮਤਲਬ ਤੁਸੀਂ ਬੈਟਰ ਇਸ ਟੈਂਪਲੇਟ ਤੋਂ ਬਿਨਾਂ ਵੀ ਆਪਣੇ ਆਪ ਨੂੰ ਇੰਟਰੋਡਿਊਸ ਕਰ ਸਕਦੇ ਹੋ ਤਾਂ ਉਹ ਵੀ ਬੈਟਰ ਹੈ। ਇਸ ਇੱਕ ਸੈਂਪਲ ਜੀ ਪਰਸਨਲ ਇੰਟਰੋਡਕਸ਼ਨ ਮੈਂ ਬਣਾਈ ਹੈ, ਮਾਈ ਨੇਮ ਇਜ਼ ਹਰਮਨਦੀਪ ਸਿੰਘ, ਤੁਸੀਂ ਆਪਣਾ ਨਾਮ ਇੱਥੇ ਇਨਕਲੂਡ ਕਰ ਦੋਗੇ ਕਿ ਤੁਹਾਡਾ ਇਹ ਨਾਮ ਹੈਗਾ। ਆਈ ਐਮ 21, ਮਤਲਬ ਤੁਹਾਡੀ ਜੋ ਵੀ ਏਜ ਹੋਏਗੀ ਤੁਸੀਂ ਆਪਣੀ ਏਜ ਮੈਂਸ਼ਨ ਕਰ ਸਕਦੇ ਹੋ। ਐਂਡ ਆਈ ਐਮ ਫਰੋਮ ਚੰਡੀਗੜ੍ਹ, ਮਤਲਬ ਜੋ ਵੀ ਤੁਹਾਡੀ ਸਿਟੀ ਹੈਗੀ ਹੈ, ਜਿੱਥੋਂ ਦੇ ਵੀ ਤੁਸੀਂ ਰਹਿਣ ਵਾਲੇ ਹੋ, ਦੀ ਬਿਊਟੀਫੁਲ ਸਿਟੀ, ਜਿਵੇਂ ਚੰਡੀਗੜ੍ਹ ਨੂੰ ਦੀ ਬਿਊਟੀਫੁਲ ਸਿਟੀ ਕਿਹਾ ਜਾਂਦਾ, ਤਾਂ ਮੈਂ ਇਹ ਚੀਜ਼ ਮੈਂਸ਼ਨ ਕਰਤੀ ਕਿਉਂਕਿ ਇਹ ਚੰਡੀਗੜ੍ਹ ਦੀ ਖਾਸੀਅਤ ਹੈਗੀ ਹੈ। ਤੇ ਨੈਕਸਟ ਕੁਐਸਚਨ ਆਉਂਦਾ ਹੈ ਆਈ ਕੰਪਲੀਟਿਡ ਮਾਈ ਗ੍ਰੈਜੂਏਸ਼ਨ ਫਰੋਮ ਦੀ XYZ ਯੂਨੀਵਰਸਿਟੀ ਇਨ ਦੀ ਸਟਰੀਮ ਆਫ ਮਕੈਨੀਕਲ ਇੰਜੀਨੀਅਰਿੰਗ, ਮਤਲਬ ਜੇ ਤੁਸੀਂ ਗ੍ਰੈਜੂਏਟਡ ਹੋ
ਇਨ ਕੇਸ ਅਗਰ ਤੁਸੀਂ +2 ਹੋ ਤਾਂ ਤੁਸੀਂ ਇਹ ਮੈਂਸ਼ਨ ਕਰ ਸਕਦੇ ਹੋ ਆਈ ਕੰਪਲੀਟਡ ਮਾਈ +2 ਐਗਜ਼ਾਮ ਫਰੋਮ ਦਿਸ ਸਕੂਲ, ਜਾਂ ਤੁਸੀਂ ਬੋਰਡ ਮੈਂਸ਼ਨ ਕਰ ਸਕਦੇ ਹੋ, ਨਾਟ ਸਕੂਲ, ਮਤਲਬ ਇਹ ਸਾਡਾ ਬੋਰਡ ਸੀਗਾ। ਤੇ ਤੁਹਾਡੇ ਜਿਹੜੇ ਸਬਜੈਕਟਸ ਹੈ, ਤੁਹਾਡਾ ਆਰਟਸ ਹੈ, ਕਾਮਰਸ ਹੈ, ਮੈਡੀਕਲ ਹੈ ਜਾਂ ਨਾਨ ਮੈਡੀਕਲ ਹੈਗਾ, ਉਹ ਤੁਸੀਂ ਮੈਂਸ਼ਨ ਕਰ ਸਕਦੇ ਹੋ। ਐਂਡ ਨੈਕਸਟ ਆ ਜਾਂਦਾ ਤੁਹਾਡੀ ਹੌਬੀਜ਼, ਜੋ ਮਤਲਬ ਮੈਂ ਕਿਹਾ ਸੀਗਾ ਤੁਹਾਡੀ ਸਪੈਸ਼ਲ ਕੁਆਲਿਟੀਜ਼। ਆਈ ਐਮ ਫੌਂਡ ਆਫ ਆਰਗੇਨਾਈਜ਼ਿੰਗ ਇਵੈਂਟਸ, ਪਲੇਇੰਗ ਕ੍ਰਿਕਟ ਐਂਡ ਵਲੰਟਰਿੰਗ ਸੋਸ਼ਲ ਐਕਟੀਵਿਟੀਜ਼। ਮਤਲਬ ਜੇ ਤੁਹਾਡੀਆਂ ਕੋਈ ਸਪੈਸ਼ਲ ਹੌਬੀਜ਼ ਹੈਗੀਆਂ ਜੋ ਯੂਨੀਕ ਹੈ, ਮਤਲਬ ਆਪਾਂ ਰੀਡਿੰਗ ਬੁੱਕਸ ਜਾਂ ਲਿਸਨਿੰਗ ਮਿਊਜ਼ਿਕ, ਇਹ ਸਾਰਾ ਤਾਂ ਆਪਾਂ ਹਮੇਸ਼ਾ ਕਹਿੰਦੇ ਹੀ ਹੈ। ਮਤਲਬ ਜੇ ਤੁਹਾਡੀ ਕੋਈ ਯੂਨੀਕ ਹੌਬੀ ਹੈਗੀ ਹੈ ਉਹ ਤੁਸੀਂ ਮੈਂਸ਼ਨ ਕਰ ਸਕਦੇ ਹੋ, ਜਿਵੇਂ ਮੈਂ ਕਿਹਾ ਆਰਗੇਨਾਈਜ਼ਿੰਗ ਇਵੈਂਟਸ। ਮਤਲਬ ਅਗਰ ਤੁਸੀਂ ਐਜ਼ ਅ ਸਕੂਲ ਵਿੱਚ ਕਿਸੇ ਟੀਮ ਵਿੱਚ ਕੰਮ ਕੀਤਾ, ਜਾਂ ਤੁਸੀਂ ਕਿਸੇ ਇਵੈਂਟ ਨੂੰ ਆਰਗੇਨਾਈਜ਼ ਕੀਤਾ ਹੈ, ਜਾਂ ਜਿਵੇਂ ਤੁਹਾਡੇ ਐਨੂਅਲ ਸ਼ੋਜ਼ ਹੁੰਦੇ ਆ ਉੱਥੇ ਤੁਸੀਂ ਕੁਛ ਮਤਲਬ ਤੁਹਾਡੀ ਕੋਈ ਪਰਟੀਕੂਲਰ ਡਿਊਟੀਜ਼ ਰਹੀਆਂ, ਤੁਸੀਂ ਉਹ ਚੀਜ਼ ਮੈਂਸ਼ਨ ਕਰ ਸਕਦੇ ਹੋ। Next ਹੈ I want to migrate to XYZ for my future perspectives to pursue masters in mechanical engineering। ਮੀਨਸ ਤੁਸੀਂ ਕਿਸ ਕੰਟਰੀ ਵਿੱਚ ਮਾਈਗ੍ਰੇਟ ਹੋ ਰਹੇ ਹੋ, ਮਤਲਬ XYZ ਜਿਹੜੀ ਵੀ ਤੁਹਾਡੀ ਕੰਟਰੀ ਤੁਸੀਂ ਜਾਣਾ ਚਾਹੁੰਦੇ ਹੋ। ਤੇ ਮਤਲਬ ਜੇ ਤੁਸੀਂ +2 ਹੋ ਤਾਂ ਤੁਸੀਂ ਗ੍ਰੈਜੂਏਸ਼ਨ ਲਈ ਜਾ ਰਹੇ ਹੋ, ਜੇ ਤੁਸੀਂ ਆਲਰੇਡੀ ਗ੍ਰੈਜੂਏਟ ਹੋ ਤਾਂ ਤੁਸੀਂ ਆਪਣੀ ਮਾਸਟਰਸ ਲਈ ਅਪਲਾਈ ਕਰ ਰਹੇ ਹੋ। ਤੇ ਮਤਲਬ ਉਹ ਤੁਸੀਂ ਮੈਂਸ਼ਨ ਕਰ ਸਕਦੇ ਹੋ। ਤੇ ਤੁਸੀਂ ਇਹ ਟੈਸਟ ਕਿਉਂ ਦੇ ਰਹੇ ਹੋ? ਆਈ ਐਮ ਗਿਵਿੰਗ ਦੀ PT academic exam as one of the my requirements to test my English skills to achieve my goals। ਮਤਲਬ ਮੈਂ PT ਦਾ ਐਗਜ਼ਾਮ ਇਹ ਇਸ ਲਈ ਦੇ ਰਿਹਾ ਕਿ ਜਿਹੜੀਆਂ ਮੇਰੀਆਂ ਸਕਿੱਲਸ ਨੇ ਉਹ ਇਸ ਦੇ ਥਰੂ ਹੀ ਅਸੈਸ ਹੋਣੀਆਂ, ਕਿ ਐਮ ਆਈ ਐਲੀਜੀਬਲ ਫॉर ਅਪਲਾਈਂਗ ਫਰਦਰ ਇਨ ਦੀ ਯੂਨੀਵਰਸਿਟੀ ਔਰ ਪੋਸਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ। ਮਤਲਬ ਇਹ ਤੁਹਾਡੀ ਇੰਟਰੋਡਕਸ਼ਨ ਦਾ ਪੈਟਰਨ ਹੈਗਾ। ਜੇ ਤੁਹਾਨੂੰ ਬੈਟਰ ਲੱਗਦਾ ਹੈ ਤਾਂ ਤੁਸੀਂ ਇਸ ਟੈਂਪਲੇਟ ਨੂੰ ਫੋਲੋ ਕਰ ਸਕਦੇ ਹੋ ਕਿ ਤੁਸੀਂ ਕਿਵੇਂ ਆਪਣੇ ਆਪ ਨੂੰ ਇੰਟਰੋਡਿਊਸ ਕਰਨਾ ਹੈ। ਸੋ ਇਹ ਇੰਟਰੋਡਕਸ਼ਨ ਤੁਸੀਂ ਪਹਿਲਾਂ ਹੀ ਪ੍ਰਿਪੇਅਰ ਕਰ ਸਕਦੇ ਹੋ, ਮਤਲਬ ਐਵੇਂ ਨਹੀਂ ਹੈ ਕਿ ਤੁਸੀਂ ਉੱਥੇ ਜਾ ਕੇ ਹੀ ਪ੍ਰਿਪੇਅਰ ਕਰਨੀ ਹੈ। ਮਤਲਬ ਇੰਟਰੋਡਕਸ਼ਨ ਦੇਣ ਦਾ ਸਿਰਫ ਇਹੀ ਮਕਸਦ ਹੈਗਾ, ਕਿਉਂਕਿ ਇਹ ਇਵੈਲੂਏਟ ਤਾਂ ਹੋਣੀ ਨਹੀਂ, ਬਟ ਉਹ ਮਤਲਬ ਜੇ ਤੁਸੀਂ ਕਿਸੇ ਇੰਸਟੀਚਿਊਟ ਵਿੱਚ ਅਪਲਾਈ ਕਰ ਰਹੇ ਹੋ ਤਾਂ ਉਹਨਾਂ ਨੂੰ ਇਹ ਚੀਜ਼ ਸਮਝ ਆ ਜਾਏਗੀ ਕਿ ਹਾਂ ਮਤਲਬ ਇਹ ਬੱਚਾ ਕੌਨਫੀਡੈਂਟ ਹੈਗਾ, ਅਗਰ ਉਹ ਤੁਹਾਡੀ ਐਗਜ਼ਾਮ ਨੂੰ ਲਿਸਨ ਕਰਦੇ ਆ, ਮਤਲਬ ਉਹ ਤੁਹਾਡੀ ਸਕੋਰਿੰਗਸ ਨੂੰ ਵੈਲੂਏਟ ਕਰਦੇ ਆ, ਮਤਲਬ ਇੱਕ ਕੌਨਫੀਡੈਂਸ ਬਿਲਡਅਪ ਹੁੰਦਾ ਹੈ ਅਗਰ ਤੁਸੀਂ ਪਹਿਲਾਂ ਹੀ ਇੰਟਰੋਡਕਸ਼ਨ ਦਿੰਦੇ ਹੋ। ਸੋ ਅੱਜ ਦੀ ਵੀਡੀਓ ਦੇ ਲਈ ਸਿਰਫ ਇੰਨਾ ਹੀ ਸੀਗਾ। ਅੱਗੇ ਮੈਂ ਜਿਹੜਾ ਨੈਕਸਟ ਵੀਡੀਓ ਆਏਗੀ ਉਹ ਰੀਡ ਅਲਾਊਡ 'ਤੇ ਹੋਏਗੀ, ਕਿ ਰੀਡ ਅਲਾਊਡ 'ਚ ਐਕਚੁਅਲ 'ਚ ਹੈ ਕੀ ਹੈ, ਕਿਵੇਂ ਉਹਦੀ ਸਕੋਰਿੰਗ ਹੈ, ਕਿਵੇਂ ਅਸੀਂ ਬੋਲਣਾ ਹੈਗਾ। ਸੋ ਜੇ ਤੁਹਾਨੂੰ ਕੁਛ ਡਾਊਟਸ ਨੇ ਇੰਟਰੋਡਕਸ਼ਨ ਦੇ ਰਿਲੇਟਿਡ ਜਾਂ ਕਿਸੇ ਹੋਰ ਚੀਜ਼ ਦੇ ਰਿਲੇਟਿਡ, ਤਾਂ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ। ਮਤਲਬ ਮੇਰੀ ਮੇਲ ID ਗਿਵਨ ਹੈਗੀ ਹੈ। ਜੇ ਤੁਹਾਡੀਆਂ ਹੋਰ ਕੁਐਰੀਜ਼ ਹੈ ਜਾਂ ਤੁਹਾਨੂੰ ਕੁਝ ਕਿਸੇ ਟੌਪਿਕ 'ਚ ਡਿਫਿਕਲਟੀ ਆ ਰਹੀ ਹੈ ਤਾਂ ਵੀ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ, ਜਾਂ ਆਪਣੇ ਜਿਹੜੇ ਵਿਊਜ਼ ਨੇ ਉਹ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਕਿ ਇਹ ਮਤਲਬ ਇੱਦਾਂ ਅਸੀਂ ਹੋਰ ਇੰਪਰੂਵ ਕਰ ਸਕਦੇ ਹਾਂ। And please like this video and watch this video from starting to end, and thank you so much।